ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸ਼ੁਭਿੰਦਰ ਔਰ ਮੈਂ ਪੈਟੀ ਮਾਲਟ ਵੈਲਫੇਅਰ ਸੁਸਾਇਟੀ ਦੀ ਪ੍ਰੈਜ਼ੀਡੈਂਟ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਹ NGO ਜਿਹੜੀ ਬੇਸਿਕਲੀ ਵਿਮਨ ਇੰਪਾਵਰਮੈਂਟ ਦੇ ਰਿਗਾਰਡਿੰਗ ਸਟੈਬਲਿਸ਼ ਕੀਤੀ ਗਈ ਹੈਗੀ ਆ। ਤਾਂ ਮਤਲਬ ਕਿ ਇਹਦੇ ਮੈਂ ਇਸ ਸਬਜੈਕਟ ਬਾਰੇ ਜਦੋਂ ਪੜ੍ਹਿਆ ਤਾਂ ਔਰਤਾਂ ਦੇ ਬਹੁਤ ਸਾਰੇ ਡਿਫਰੈਂਟ ਐਸਪੈਕਟਸ ਸੀਗੇ ਹੈ ਨਾ, ਅਲੱਗ-ਅਲੱਗ। ਇੱਕ ਐਜ਼ ਏ ਡਾਟਰ, ਐਜ਼ ਏ ਹੈ ਨਾ, ਐਜ਼ ਏ ਡਾਟਰ, ਐਜ਼ ਏ ਡਾਟਰ ਇਨ ਲਾ, ਐਜ਼ ਏ ਨੂੰਹ ਹੈ ਨਾ, ਮਤਲਬ ਪੰਜਾਬੀ 'ਚ ਕਹਿ ਲਈਏ ਨੂੰਹ, ਸੱਸ, ਭੈਣ, ਮਤਲਬ ਹਰੇਕ ਦਾ ਅਲੱਗ-ਅਲੱਗ ਐਸਪੈਕਟਸ ਨੇ। ਤਾਂ ਮੈਂ ਹਰੇਕ ਨੂੰ ਸੁਣਿਆ ਅਤੇ ਹਰੇਕ ਦੇ ਡਿਫਰੈਂਟ ਇਸ਼ੂਜ਼ ਸੀਗੇ। ਤਾਂ ਸੌਰੀ, ਜਿੰਨੇ ਵੀ ਇੰਡੀਆ ਦੇ ਵਿੱਚ ਕੇਸ ਹੁੰਦੇ ਹੈਗੇ ਨੇ ਹੈ ਨਾ, ਤਾਂ ਉਹਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਰੀਜ਼ਨ ਹੁੰਦੇ ਹੈਗੇ ਨੇ। ਤਾਂ ਜਿਵੇਂ ਕਿ ਹੁਣ ਇੰਡੀਆ ਦੇ ਵਿੱਚ ਇੱਕ ਰੀਜ਼ਨ ਹੈਗਾ ਜਿਹੜਾ ਸਭ ਤੋਂ ਵੱਧ ਘਰ ਟੁੱਟਣ ਦਾ, ਨੂੰਹ ਸੱਸ ਦੇ ਵਿੱਚ ਜਿਹੜੀ ਅੰਡਰਸਟੈਂਡਿੰਗ ਨਾ ਹੋਣਾ, ਉਹਨਾਂ ਦੀ ਟਿਊਨਿੰਗ ਨਾ ਹੋਣਾ। ਤਾਂ ਮੈਂ ਉਹਦੇ ਬਾਰੇ ਹੀ ਥੋੜ੍ਹਾ ਜਿਹਾ ਆਪਦੇ ਵੱਲੋਂ ਦੱਸਣਾ ਚਾਹੂੰਗੀ। ਤਾਂ ਜਿੰਨਾ ਕਿ ਮੈਂ ਸਮਝਿਆ ਹੈਗਾ, ਜਿਵੇਂ ਕਿ ਮੈਂ ਕਰਮਾਂ ਔਰ ਰੱਬ ਦੋਨਾਂ ਚੀਜ਼ਾਂ ਨੂੰ ਬਹੁਤ ਜਿੰਨਾ ਹੋ ਸਕਿਆ ਮੈਂ ਉਹਨਾਂ ਕੁ ਪੜ੍ਹਿਆ, ਉਹਦੇ ਬਾਰੇ ਜਿੰਨਾ ਹੋ ਸਕਿਆ। ਬਹੁਤ ਸਾਰੇ ਲੋਕ ਨੇ, ਬਹੁਤ ਸਾਇੰਟਿਸਟ ਨੇ ਜਾਂ ਬਹੁਤ ਵੱਡੇ ਮਹਾਂਪੁਰਸ਼ ਹੋਏ ਨੇ ਜੋ ਇਹਨਾਂ ਬਾਰੇ ਬਹੁਤ ਚੰਗੀ ਸਮਝ ਰੱਖਦੇ ਹੈਗੇ ਨੇ। ਮੈਂ ਤਾਂ ਹਜੇ ਬਹੁਤ ਥੋੜ੍ਹਾ ਜਿਹਾ ਪੜ੍ਹਿਆ ਔਰ ਜਿੰਨਾ ਕੁ ਮੈਨੂੰ ਸਮਝ ਆਇਆ ਓਨਾ ਕੁ ਮੈਂ ਸਭ ਦੇ ਅੱਗੇ ਸਭ ਦੇ ਨਾਲ ਸਾਂਝਾ ਕਰ ਰਹੀ ਹੈਗੀ ਹਾਂ। ਤਾਂ ਜਿਵੇਂ ਕਿ ਸੱਸ ਨੂੰਹ ਦਾ ਜੋ ਰਿਸ਼ਤਾ ਹੁੰਦਾ ਹੈਗਾ ਗਾ, ਉਹ ਇਹ ਹੁੰਦਾ ਗਾ ਕਿ ਇੱਕ ਕੁੜੀ ਚਾਹੁੰਦੀ ਹੁੰਦੀ ਹੈ ਕਿ ਉਹਦੀ ਸੱਸ ਉਹਦੇ ਨਾਲ ਵਧੀਆ ਕੋਆਪਰੇਟ ਕਰੇ ਹੈ ਨਾ, ਉਹਦੀ ਗੱਲ ਸੁਣੀ ਜਾਵੇ, ਉਹਨੂੰ ਰਿਸਪੈਕਟ ਕਰੇ ਅਤੇ ਉਹਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੇ ਔਰ ਉਹਦੇ ਨਾਲ ਵਧੀਆ ਬਿਹੇਵ ਕਰੇ ਹੈ ਨਾ। ਤਾਂ ਇੱਕ ਅੱਗੇ ਸੱਸ ਦੀਆਂ ਵੀ ਉਮੀਦਾਂ ਹੁੰਦੀਆਂ ਵੀ ਮੇਰੀ ਨੂੰਹ ਮੇਰੀ ਗੱਲ ਸੁਣੇ, ਮੇਰੇ ਹਿਸਾਬ ਨਾਲ ਚੱਲੇ। ਪਰ ਇਹ ਦੋਨਾਂ ਦੀਆਂ ਖਵਾਇਸ਼ਾਂ ਅਧੂਰੀਆਂ ਕਿਉਂ ਰਹਿੰਦੀਆਂ ਹੈਗੀਆਂ? ਉਹਦਾ ਰੀਜ਼ਨ ਇਹ ਹੈਗਾ, ਇੱਕ ਨੂੰਹ ਹੈਗੀ ਆ ਜਿਹੜੀ ਉਹ ਬੇਟੀ ਦੀ ਤਰ੍ਹਾਂ ਬਿਹੇਵ ਹੀ ਨਹੀਂ ਕਰਦੀ ਹੈਗੀ। ਉਹਨੂੰ ਆਏ ਹੁੰਦਾ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹੈਗੀ ਆ। ਇੱਕ ਮੇਰੀ ਫਰੈਂਡ ਸੀਗੀ ਕਾਲਜ ਟਾਈਮ ਦੇ ਵਿੱਚ, ਅਤੇ ਜਿਵੇਂ ਕਿ ਕੁੜੀਆਂ ਅਕਸਰ ਗੱਲ ਕਰਦੀਆਂ ਰਹਿੰਦੀਆਂ ਹੈਗੀਆਂ, ਤਾਂ ਉਹਨੂੰ ਚੁਟਕਲੇ ਬਣਾਉਣ ਦਾ ਬੜਾ ਸ਼ੌਂਕ ਸੀ। ਛੋਟੀਆਂ ਛੋਟੀਆਂ ਗੱਲਾਂ 'ਤੇ ਚੁਟਕਲੇ ਬਣਾ ਦਿੰਦੀ। ਉਹਨੇ ਕਿਹਾ ਕਿ ਜੇ ਸੱਸ ਹੋਵੇ ਤਾਂ ਚੰਗੀ ਹੋਵੇ, ਨਹੀਂ ਤਾਂ ਫੋਟੋ ਕੰਨ 'ਤੇ ਟੰਗੀ ਹੋਵੇ ਹੈ ਨਾ। ਇਹ ਉਹਦਾ ਚੁਟਕਲਾ ਜਿਹਾ ਸੀਗਾ ਅਤੇ ਮੈਨੂੰ ਬੜਾ ਅਜੀਬ ਲੱਗਿਆ। ਮੈਂ 5-6 ਮਿੰਟ ਸੁਣ ਕੇ ਅਤੇ ਉਹਨੂੰ ਆਨਸਰ ਕੀਤਾ। ਮੈਂ ਕਿਹਾ ਠੀਕ ਹੈ, ਤੇਰੀ ਸੱਸ ਹੋਵੇ ਤਾਂ ਫੋਟੋ ਕੰਨ 'ਤੇ ਟੰਗੀ ਹੋਵੇ, ਤਾਂ ਸੇਮ ਜਦੋਂ ਤੇਰੀ ਮੰਮੀ ਸੱਸ ਬਣੂਗੀ ਤਾਂ ਫਿਰ ਤੈਨੂੰ ਕਿਵੇਂ ਦਾ ਫੀਲ ਹੋਊਗਾ? ਅਤੇ ਇੱਕਦਮ ਉਹ ਚੁੱਪ ਹੋ ਗਈ ਹੈ ਨਾ, ਉਹਦੇ ਕੋਲ ਕੋਈ ਜਵਾਬ ਨਹੀਂ ਸੀ ਮੇਰੀ ਇਸ ਗੱਲ ਦਾ। ਆਪਾਂ ਸਭ ਚਾਹੁੰਦੇ ਹੈਗੇ ਆ ਕਿ ਮੇਰੀ ਸੱਸ ਚੰਗੀ ਹੋਵੇ ਹੈ ਨਾ, ਪਰ ਆਪਾਂ ਇਹ ਸੋਚਦੇ ਹੈਗੇ ਆ ਕਿ ਸਾਨੂੰ ਵੀ ਉਹਨਾਂ ਦੇ ਨਾਲ ਇੱਕ ਐਜ਼ ਅ ਡਾਟਰ ਬਿਹੇਵ ਕਰਨਾ ਚਾਹੀਦਾ। ਔਰ ਸੱਸ ਇਹ ਸੋਚਦੀ ਹੈ ਵੀ ਮੈਂ ਆਪਦੀ ਬੇਟੀ ਦੀ ਤਰ੍ਹਾਂ ਬਿਹੇਵ ਕਰਾਂ ਇਹਦੇ ਨਾਲ, ਵੀ ਇਹ ਮੇਰੀ ਬੇਟੀ ਆ ਹੁਣ ਹੈ ਨਾ। ਸੱਸ ਨੂੰ ਇਹ ਹੁੰਦਾ ਕਿ ਮੇਰੀ ਧੀ ਨੂੰ ਰਾਜ ਮਿਲੇ ਹੈ ਨਾ, ਮੇਰੀ ਧੀ ਦੀ ਗੱਲ ਮੰਨੀ ਜਾਵੇ, ਤਾਂ ਇਹਦੀ ਸੱਸ ਨਾ ਹੁੰਦੀ ਜਾਂ ਪਰੇ ਮੇਰੀ ਧੀ ਦੀ ਗੱਲ ਨੂੰ ਜ਼ਿਆਦਾ ਇੰਪੋਰਟੈਂਸ ਮਿਲੇ। ਤਾਂ ਇਹ ਸਾਰੀਆਂ ਉਲਝਣਾਂ ਹੁੰਦੀਆਂ ਹੈਗੀਆਂ ਨੇ, ਅਤੇ ਇਹਨਾਂ ਨੂੰ ਉਲਝਣਾਂ ਨੂੰ ਮੈਂ ਥੋੜ੍ਹਾ ਜਿਹਾ ਕੋਸ਼ਿਸ਼ ਕਰਦੀ ਹਾਂ ਆਪਦੇ ਆਪਣੇ ਵੱਲੋਂ ਕਿ ਕਿਵੇਂ ਸੁਲਝਾ ਸਕਦੇ ਆਪਾਂ। ਹੁਣ ਜਿਵੇਂ ਕਿ ਮੈਂ ਸਪੋਜ਼ ਟੂ ਵੀ ਕਿ ਮੈਂ ਹੈਗੀ ਹਾਂ, ਮੈਂ ਚਾਹੁੰਦੀ ਹਾਂ ਕਿ ਮੇਰੀ ਮਮ ਨੂੰ ਬਹੁਤ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਵੇ, ਮੇਰੀ ਮਮ ਨੂੰ ਵਧੀਆ ਤਰੀਕੇ ਦੇ ਨਾਲ ਜਿਹੜੀ ਭਾਬੀ ਆਊਗੀ ਉਹ ਵਧੀਆ ਪਿਆਰ ਕਰੇ, ਇੱਜ਼ਤ ਕਰੇ। ਤਾਂ ਉਵੇਂ ਜਿਹੜੀ ਮੇਰੀ ਅੱਗੇ ਸੱਸ ਉਹ ਮੈਥੋਂ ਉਮੀਦ ਕਰਦੀ ਹੈ, ਤਾਂ ਮੇਰੀ ਡਿਊਟੀ ਹੈ ਕਿ ਮੈਂ ਉਹਨਾਂ ਦੀਆਂ ਗੱਲਾਂ, ਉਹਨਾਂ ਦੀਆਂ ਵਿਸ਼ਿਜ਼ ਨੂੰ ਪੂਰੀਆਂ ਕਰਾਂ ਅਤੇ ਮੈਂ ਟੋਟਲੀ ਆਪਣਾ 110% ਆਪਣਾ ਦੇਵਾਂ ਉਸ ਚੀਜ਼ ਨੂੰ। ਅਤੇ ਆਪਣੇ ਆਪ ਜਦੋਂ ਮੈਂ ਆਪਦੀ ਸੱਸ ਦੀ ਇੱਜ਼ਤ ਕਰੂੰਗੀ, ਪਿਆਰ ਕਰੂੰਗੀ, ਉਹਨਾਂ ਦੀ ਗੱਲ ਮੰਨੂੰਗੀ, ਤਾਂ ਡੈਫੀਨੇਟਲੀ ਹੈਗਾ ਕਿ ਜਿਹੜੀ ਮੇਰੇ ਘਰ ਮੇਰੀ ਜਿਹੜੀ ਕਰਮਾ ਹੈਗਾ, ਮੈਂ ਇੱਕ ਚੰਗਾ ਕਰਮਾ ਕਰ ਰਹੀ ਹਾਂ, ਮੈਂ ਮੇਰੀਆਂ ਸੱਸ ਦੀਆਂ ਰੀਝਾਂ ਉਮੀਦਾਂ ਪੂਰੀਆਂ ਕਰੂੰਗੀ, ਤਾਂ ਡੈਫੀਨੇਟਲੀ ਹੈ ਕਿ ਮੇਰੀਆਂ ਰੀਝਾਂ ਉਮੀਦਾਂ ਉੱਧਰ ਪੂਰੀਆਂ ਹੋਣਗੀਆਂ। ਤਾਂ ਪਲੀਜ਼, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਮੰਮੀ ਨੂੰ ਸੁੱਖ ਦਿੱਤਾ ਜਾਵੇ ਐਜ਼ ਏ ਕੁੜੀ, ਮੈਂ ਜਿੰਨੀਆਂ ਵੀ ਮੈਰਿਡ ਕੁੜੀਆਂ ਨੇ ਜਾਂ ਜਿਨ੍ਹਾਂ ਦੇ ਵਿਆਹ ਹੋਣ ਵਾਲੇ ਨੇ, ਮੈਂ ਉਹਨਾਂ ਨੂੰ ਇਹੀ ਕਹਿੰਦੀ ਹਾਂ, ਜੇ ਤੁਸੀਂ ਐਕਚੁਅਲ ਦੇ ਵਿੱਚ ਚਾਹੁੰਦੇ ਹੋ ਕਿ ਤੁਹਾਡੀ ਮੋਮ ਨੂੰ ਸੁੱਖ ਮਿਲੇ, ਤਾਂ ਪਹਿਲਾਂ ਤੁਸੀਂ ਆਪਦੀਆਂ ਅੱਗੇ ਮੋਮਸ ਨੂੰ, ਜਿਹੜੀਆਂ ਤੁਹਾਡੀਆਂ ਮਦਰ ਇਨ ਲਾ ਹੋਣੀਆਂ, ਉਹਨਾਂ ਨੂੰ ਸੁੱਖ ਦੇਣ ਲੱਗ ਜਾਓ, ਤੁਹਾਡੀ ਮੰਮਾ ਨੂੰ ਆਪਣੇ ਆਪ ਸੁੱਖ ਮਿਲਣ ਲੱਗ ਜਾਊਗਾ। ਠੀਕ ਹੈ, ਤਾਂ ਇਹ ਚੀਜ਼ ਹੁੰਦੀ ਹੈਗੀ ਆ। ਆਪਾਂ ਸਾਰੇ ਐਕਸਪੈਕਟ ਕਰਦੇ ਹਾਂ, ਉਮੀਦ ਕਰਦੇ ਹਾਂ ਵੀ ਮੈਨੂੰ ਆਹ ਚੀਜ਼ ਮਿਲੇ, ਪਰ ਆਪਾਂ ਕਦੇ ਦੇਣ ਬਾਰੇ ਸੋਚਿਆ ਵੀ ਮੈਨੂੰ ਵੀ ਇਹ ਚੀਜ਼ ਦੇਣੀ ਚਾਹੀਦੀ ਹੈ ਅੱਗੇ। ਤਾਂ ਇਹ ਚੀਜ਼ ਹੈਗੀ ਆ। ਦੂਜੀ ਗੱਲ ਇਹ ਹੈਗੀ ਆ ਕਿ ਕੁੜੀਆਂ ਨੂੰ ਥੋੜ੍ਹਾ ਜਿਹਾ
ਕੋਆਪਰੇਟ ਕਰਕੇ ਚੱਲਣਾ ਚਾਹੀਦਾ ਹੈਗਾ। ਮੈਂ ਇੱਕ ਚੀਜ਼ ਦੇਖਦੀ ਹੁੰਦੀ ਹੈਗੀ ਆ ਵੀ ਅੱਧ ਤੋਂ ਜ਼ਿਆਦਾ ਡਿਵੋਰਸ ਦਾ ਕਾਰਨ ਕੀ ਹੁੰਦਾ, ਕੁੜੀ ਵਾਈਫ ਆਪਣੇ ਹਸਬੈਂਡ ਨੂੰ ਜਾ ਕੇ ਕਹਿੰਦੀ ਹੈ ਵੀ ਮੈਨੂੰ ਮੋਮ ਤੋਂ ਆਹ ਪ੍ਰੋਬਲਮ ਹੈਗੀ ਆ ਜਾਂ ਆਹ ਗੱਲਬਾਤ ਹੈਗੀ ਆ, ਉਹ ਉਹਦੇ ਹਸਬੈਂਡ ਨੂੰ ਕਹੂਗੀ ਓਬਵੀਅਸਲੀ। ਅਤੇ ਜਿਹੜਾ ਵਿਚਾਰਾ ਉੱਧਰੋਂ ਜਿਹੜੀ ਉਹ ਮਾਂ ਹੈਗੀ ਆ, ਉਹਨੇ ਆਪਦੇ ਬੇਟੇ ਨੂੰ ਕਹਿਣਾ ਵੀ ਇਹ ਤਾਂ ਐਂ ਕਰਦੀ ਹੈ, ਮੇਰੀ ਗੱਲ ਨਹੀਂ ਸੁਣਦੀ, ਇਹ ਫਲਾਨਾ ਕਰਦੀ ਹੈ, ਇਹ ਢਿੰਗੜਾ ਕਰਦੀ, ਜੋ ਵੀ ਹੈ ਵਟ ਐਵਰ ਇਜ਼ ਦੈਟ। ਉਹ ਆਪਦੇ ਮੁੰਡੇ ਨੂੰ ਜਾ ਕੇ, ਮੁੰਡਾ ਵਿਚਾਲੇ ਵਿਚਾਰਾ ਫਸ ਜਾਂਦਾ, ਨਾ ਤਾਂ ਉਹ ਘਰ ਵਾਲੀ ਨੂੰ ਛੱਡਣ ਜੋਗਾ ਰਹਿੰਦਾ, ਨਾ ਉਹ ਮਾਤਾ ਨੂੰ ਛੱਡਣ ਜੋਗਾ ਰਹਿੰਦਾ। ਉਹ ਵਿਚਾਲੇ ਵਿਚਾਰਾ ਆਪਦੇ ਦਿਮਾਗ ਦੇ ਨਾਲ ਜਿੰਨਾ ਹੁੰਦਾ ਹੈਗਾ ਗਾ, ਮੁੰਡੇ ਵਿਚਾਰੇ ਉਹ ਹੁੰਦਾ ਸਮਝ ਹੁੰਦੀ, ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ। ਕਈ ਮੁੰਡੇ ਹੁੰਦੇ ਨੇ ਜਿਹੜੇ ਸਮਝ ਲੈਂਦੇ ਨੇ ਅਤੇ ਉਹ ਬੈਲੈਂਸ ਕਰ ਲੈਂਦੇ ਵੀ ਮਾਤਾ ਜੀ ਤੁਸੀਂ ਐਂ ਕਰੋ ਅਤੇ ਮੈਡਮ ਜੀ ਤੁਸੀਂ ਮੰਮਾ ਦਾ ਧਿਆਨ ਰੱਖਣਾ, ਆਹ ਚੀਜ਼ ਕਰਨੀ ਹੈ, ਠੀਕ ਹੈ। ਪਰ ਆਲਮੋਸਟ ਜਿਹੜੇ 80 ਤੋਂ 90% ਮੁੰਡੇ ਹੁੰਦੇ ਨੇ ਉਹ ਵਿਚਾਰੇ ਫਰਸਟ੍ਰੇਟ ਹੋ ਜਾਂਦੇ ਨੇ, ਫਸ ਜਾਂਦੇ ਹੈਗੇ ਨੇ ਮਾਂ ਅਤੇ ਸੱਸ ਅਤੇ ਨੂੰਹ ਵਾਲੇ ਝਗੜੇ ਦੇ ਵਿੱਚ। ਤਾਂ ਜੇ ਆਪਾਂ ਚਾਹੁੰਦੇ ਹਾਂ, ਦੇਖੋ ਮੈਂ ਕਰਮਾਂ ਦੇ ਵਿੱਚ ਹੈ ਨਾ ਜਿਵੇਂ ਯਕੀਨ ਕਰਦੀ ਹਾਂ, ਜੇ ਓਬਵੀਅਸਲੀ ਹੈ ਮੈਂ ਕਿਸੇ ਦੇ ਲਈ ਮੈਂ ਮੇਰੀ ਸੱਸ ਲਈ ਚੰਗਾ ਕਰੂੰਗੀ ਤਾਂ ਜਦੋਂ ਮੇਰੀ ਮੰਮ ਸੱਸ ਬਣੂਗੀ ਤਾਂ ਡੈਫੀਨੇਟਲੀ ਉਹਦੇ ਲਈ ਵੀ ਕੋਈ ਚੰਗੀ ਕੁੜੀ ਆਊਗੀ ਅਤੇ ਉਹ ਉਹਨਾਂ ਦੀ ਕੇਅਰ ਕਰੂਗੀ। ਜੇ ਮੈਂ ਨਹੀਂ ਕਰੂੰਗੀ ਤਾਂ ਫਿਰ ਮੈਨੂੰ ਵੀ ਨਹੀਂ ਚੰਗਾ ਮਿਲੂਗਾ। ਤਾਂ ਇਹ ਚੀਜ਼ ਹੈਗੀ ਹੈ, ਜੇ ਆਪਾਂ ਫਲਾਵਰਸ ਹੈ ਨਾ ਫੁੱਲ ਬੀਜਾਂਗੇ ਤਾਂ ਫੁੱਲ ਹੀ ਆਊਗਾ, ਫੁੱਲ ਹੀ ਉੱਗਣਗੇ। ਜੇ ਆਪਾਂ ਫਰੂਟ ਉਗਾਵਾਂਗੇ ਤਾਂ ਫਰੂਟ ਹੀ ਉੱਗੂਗਾ ਉਹਦੇ ਵਿੱਚ। ਤਾਂ ਇਸ ਕਰਕੇ ਇਹ ਲੜਾਈ ਝਗੜੇ ਮੈਂ ਕਹਿੰਦੀ ਹਾਂ, ਜੇ ਅੱਧ ਤੋਂ ਜ਼ਿਆਦਾ ਜੇ ਆਪਾਂ ਘੱਟ ਮਤਲਬ ਜ਼ਿਆਦਾ ਤੋਂ ਜ਼ਿਆਦਾ ਸੋਚੀਏ ਨਾ, ਨੂੰਹ ਸੱਸ ਵਾਲੇ ਜਿਹੜੇ ਝਗੜੇ ਹੈਗੇ ਜੇ ਇਹ ਸੌਰਟ ਆਊਟ ਹੋ ਜਾਣ ਨਾ, ਮੈਨੂੰ ਲੱਗਦਾ ਇੰਡੀਆ ਦੇ ਵਿੱਚ 80% ਘਰ ਜਿਹੜੇ ਸ਼ਾਂਤੀ ਨਾਲ ਵਸ ਜਾਣਗੇ। ਤਾਂ ਜਦੋਂ ਜਿਹੜੀ ਨੂੰਹ ਹੁੰਦੀ ਹੈਗੀ ਉਹ ਸੱਸ ਨੂੰ ਇਗਨੋਰ ਕਰਦੀ ਹੈਗੀ ਆ ਵੀ ਮੈਨੂੰ ਤਾਂ ਇਹਦੀ ਲੋੜ ਨਹੀਂ ਹੈਗੀ, ਇਹ ਤੰਗ ਕਰਦੀ ਹੈ, ਮੈਨੂੰ ਸਾਂਭ ਕਰਨੀ ਪੈਂਦੀ ਹੈ। ਇਹ ਚੀਜ਼ਾਂ ਇਹ ਨਹੀਂ ਹੈਗੀਆਂ ਕਿ ਮੈਂ ਕਿ ਤੂੰ ਪੜ੍ਹੀਆਂ ਨੇ ਜਾਂ ਉਹ ਦੇਖੀਆਂ ਨੇ, ਇਹ ਸਾਰੀਆਂ ਸੁਸਾਇਟੀ ਦੇ ਵਿੱਚ ਹੈਗੀਆਂ ਨੇ, ਜਿਨ੍ਹਾਂ ਨੂੰ ਪਤਾ ਨਹੀਂ। ਬਹੁਤ ਲੋਕ ਓਬਜ਼ਰਵ ਕਰਦੇ ਨੇ ਬਟ ਉਹ ਕਹਿ ਲੈਂਦੇ ਯਾਰ ਆਪਾਂ ਕੀ ਕਰ ਸਕਦੇ ਹਾਂ। ਨੂੰਹ ਕਹਿ ਦਿੰਦੀ ਹੈਗੀ ਆ ਵੀ ਮੈਂ ਤੇਰੀ ਮਾਂ ਨਾਲ ਨਹੀਂ ਰਹਿ ਸਕਦੀ, ਤੇਰੀ ਮਾਂ ਤਾਂ ਆਈ ਹੈ, ਤੇਰੀ ਮਾਂ ਇਹ ਹੈ, ਤੇਰੀ ਮਾਂ ਉਹ ਹੈਗੀ ਆ, ਹੈ ਨਾ। ਮੈਂ ਜਸਟ ਸਾਰੀਆਂ ਕੁੜੀਆਂ ਦੀ ਗੱਲ ਕਰਦੀ ਹਾਂ, ਵਿੱਚ ਚਾਹੇ ਮੈਨੂੰ ਵੀ ਲੈ ਲਓ। ਤਾਂ ਉਹਦੇ ਵਿੱਚ ਕੀ ਹੁੰਦਾ ਹੈਗਾ, ਉਹ ਆਪਦੀ ਸੱਸ ਨੂੰ ਬਾਹਰ ਕੱਢ ਦਿੰਦੇ ਨੇ। ਜਿਹੜਾ ਉਹਨਾਂ ਦਾ ਬੇਟਾ ਹੁੰਦਾ ਹੈਗਾ ਗਾ, ਜਦੋਂ ਉਹ ਆਈ ਔਰਤ ਆਪ ਭੁੱਲ ਜਾਂਦੀ ਹੈ ਵੀ ਮੈਂ ਵੀ ਇੱਕ ਦਿਨ ਸੱਸ ਬਣਨਾ ਗਾ, ਮੇਰੇ ਇੱਕ ਬੇਟਾ ਗਾ, ਹੈ ਨਾ, ਮੈਂ ਵੀ ਸੱਸ ਬਣਨਾ ਹੈਗਾ। ਜੇ ਅੱਜ ਮੈਂ ਮੇਰੀ ਸੱਸ ਨੂੰ ਘਰੋਂ ਕੱਢ ਰਹੀ ਹਾਂ, ਮੈਂ ਮੇਰੀ ਸੱਸ ਨੂੰ ਇਗਨੋਰ ਕਰ ਰਹੀ ਹਾਂ, ਤਾਂ ਇੱਕ ਦਿਨ ਜਿੱਦਾਂ ਮੈਂ ਸੱਸ ਬਣੂਗੀ ਤਾਂ ਡੈਫੀਨੇਟਲੀ ਹੈ ਮੈਨੂੰ ਵੀ ਇਗਨੋਰੈਂਸ ਮਿਲੂਗੀ। ਤਾਂ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਤੁਹਾਡਾ ਇਨ ਫਿਊਚਰ ਤੁਹਾਡੀ ਲਾਈਫ ਦੇ ਵਿੱਚ ਡਿਸਟਰਬੈਂਸ ਆਵੇ, ਹੈ ਨਾ। ਤੁਸੀਂ ਜ਼ਿੰਦਗੀ 'ਚ ਉਹੀ ਪਾਉਣਾ ਹੈਗਾ ਜੋ ਤੁਸੀਂ ਬੀਜੋਗੇ। ਤਾਂ ਇਸ ਕਰਕੇ ਇਹੋ ਜਿਹਾ ਕਰਮ ਕਰੋ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗਾ ਚੰਗਾ ਹੋਵੇ। ਅੱਜ ਤੁਹਾਡੀ ਸੱਸ ਤੁਹਾਡੇ ਅੱਗੇ ਬੈਠੀ ਹੈਗੀ ਆ, ਕੱਲ੍ਹ ਨੂੰ ਆਪਾਂ ਵੀ ਸੱਸ ਬਣਨਾ, ਹੈ ਨਾ, ਕਿਉਂਕਿ ਯੂਨੀਵਰਸਲ ਸਿਸਟਮ ਹੈਗਾ ਕਿ ਅੱਜ ਅਸੀਂ ਨੂੰਹਾਂ ਬਣੀਆਂ, ਆਪਾਂ ਵਿਆਹ ਹੁੰਦੇ ਹੈਗੇ ਨੇ, ਫਿਰ ਸਾਡੇ ਬੇਟੇ ਹੁੰਦੇ ਹੈਗੇ ਨੇ, ਵਟ ਐਵਰ ਇਜ਼ ਦੈਟ। ਹੁਣ ਜਿਵੇਂ ਕਿ ਹੁਣ ਤਾਂ ਫਿਲਹਾਲ ਤਾਂ ਚਲੋ ਮੈਂ ਆਪਦੇ ਪੇਰੈਂਟਸ ਦੇ ਨਾਲ ਰਹਿ ਰਹੀ ਹੈਗੀ ਹਾਂ, ਕੁਛ ਟਾਈਮ ਬਾਅਦ ਜਦੋਂ ਮੈਰਿਜ ਹੋਊਗੀ ਤਾਂ ਇਨ-ਲॉज ਦੇ ਵਿੱਚ ਜਾਊਂਗੀ, ਸੱਸ ਨਾਲ ਰਹਿਣਾ, ਸਹੁਰੇ ਨਾਲ, ਹਸਬੈਂਡ ਨਾਲ। ਅਤੇ ਜੇ ਮੈਂ ਮੇਰੀ ਸੱਸ ਦੀ ਕਦਰ ਕਰੂੰਗੀ, ਪਹਿਲੀ ਗੱਲ ਮੈਨੂੰ ਬਲੈਸਿੰਗਸ ਮਿਲਣਗੀਆਂ, ਫਸਟ ਆਫ ਆਲ ਮੈਨੂੰ ਹੈ ਨਾ ਅਸੀਸਾਂ ਮਿਲਣਗੀਆਂ। ਤਾਂ ਜ਼ਿੰਦਗੀ ਜਿਉਣ ਦੇ ਲਈ ਆਸ਼ੀਰਵਾਦ, ਅਸੀਸਾਂ ਬਹੁਤ ਜ਼ਰੂਰੀ ਹੁੰਦੀਆਂ ਨੇ। ਜਿੱਥੇ ਦਵਾਈ ਕੰਮ ਕਰਨੋਂ ਹਟ ਜਾਂਦੀ ਹੈ ਉੱਥੇ ਦੁਆਵਾਂ ਕੰਮ ਕਰਦੀਆਂ ਨੇ। ਅਤੇ ਜੇ ਮੈਂ ਮੇਰੀ ਸੱਸ ਦੀ ਇੱਜ਼ਤ ਕਰੂੰਗੀ, ਦੁਆਵਾਂ ਲਊਂਗੀ, ਚਾਹੇ ਉਹ ਮੰਨ ਲਓ ਕਿਸੇ ਟਾਈਮ ਰੂਡ ਵੀ ਹੋ। ਮੈਂ ਹੁਣ ਮੇਰੀ ਮੈਂ ਮੰਮੀ ਨਾਲ ਕਿੰਨਾ ਟਾਈਮ ਹੋ ਗਿਆ ਰਹਿ ਰਹੀ ਹਾਂ, ਹੈ ਨਾ, 26-27 ਸਾਲ ਹੋ ਗਏ। ਕਿੰਨੇ ਵਾਰੀ ਲੜਾਈ ਹੁੰਦੀ ਹੈ ਮੰਮੀ ਨਾਲ, ਮੈਂ ਨਹੀਂ ਆਹ ਕੰਮ ਕਰਨਾ, ਇਹ ਨਹੀਂ ਕਰਨਾ, ਫਿਰ ਕਿਉਂਕਿ ਉਹ ਮੇਰੀ ਮਾਂ ਹੈ, ਅੰਡਰਸਟੈਂਡਿੰਗ ਹੈ। ਉਹੀ ਗੱਲ ਜਦੋਂ ਆਪਣੀਆਂ ਸੱਸਾਂ ਆਪਾਂ ਨੂੰ ਕਹਿ ਦਿੰਦੇ, ਫਿਰ ਆਪਣੇ ਮਤਲਬ ਦਿਮਾਗ ਘੁੰਮ ਜਾਂਦੇ ਆ, ਜੀ ਇਹਨੇ ਤਾਂ ਮੈਨੂੰ ਝਿੜਕਤਾ, ਜੀ ਇਹ ਤਾਂ ਮੈਨੂੰ ਟੋਕਦੀ ਹੈ। ਮੰਮੀ ਟੋਕਦੀ ਨਹੀਂ, ਮੰਮੀ ਵੀ ਟੋਕਦੇ। ਤਾਂ ਉਵੇਂ ਜੇ ਸੱਸ ਨੇ ਟੋਕ ਰਹੀ ਆ, ਜਿਹੜਾ ਸੱਸ ਤੁਹਾਨੂੰ ਕਿਸੇ ਗੱਲ ਤੋਂ ਮਨਾ ਕਰਦੀ ਪਈ ਹੈ, ਤਾਂ ਕਿੱਡੀ ਕੁ ਵੱਡੀ ਗੱਲ ਹੈ, ਉਹਦਾ ਕਿੰਨਾ ਕੁ ਵੱਡਾ ਤੁਸੀਂ ਉਹਦਾ ਇਸ਼ੂ ਬਣਾ ਦਿੰਦੇ ਹੋ। ਜੇ ਤੁਸੀਂ ਆਪ ਸੱਸ ਬਣ ਕੇ ਸੁੱਖ ਚਾਹੁੰਦੇ ਹੋ ਨਾ, ਤਾਂ ਪਹਿਲਾਂ ਆਪਦੀ ਸੱਸ ਨੂੰ ਸੁੱਖ ਦਿਓ, ਤਾਂ ਹੀ ਤੁਹਾਡੇ ਕੋਲ ਵਾਪਸ ਆਉਣਾ ਵਾ। ਅਦਰਵਾਈਜ਼ ਤਾਂ ਤੁਹਾਨੂੰ ਪਤਾ ਜੇ ਤੁਸੀਂ ਤੁਹਾਡੀ ਸੱਸ ਨੂੰ ਇੱਕ ਲੱਤ ਮਾਰ ਕੇ ਬਾਹਰ ਕੱਢ ਰਹੇ ਹੋ ਨਾ ਘਰ ਤੋਂ, ਤੁਹਾਡੇ 2 ਲੱਤਾਂ ਵੱਜ ਕੇ ਤੁਹਾਨੂੰ ਬਾਹਰ ਸਿੱਟਿਆ ਜਾਊਗਾ ਅਤੇ ਤੁਸੀਂ ਵੀ ਉਸ ਤੋਂ ਬੁਰੇ ਹਾਲਤ ਫੇਸ ਕਰਨੇ ਹੋਣਗੇ। ਇੱਕ ਉਹ ਸੀਗਾ, ਇੱਕ ਮੁੰਡਾ ਮਤਲਬ ਕਿ
ਇਹਦੇ ਵਿੱਚ ਕਰਮਾ ਕਹਿੰਦੇ ਨੇ ਹਨਾ, ਵੀ ਜਿਵੇਂ ਹੁਣ ਮੈਂ ਤੁਹਾਨੂੰ ਕਹਿ ਰਹੀ ਹਾਂ ਵੀ ਬਈ ਆਪਦੀਆਂ ਸੱਸਾਂ ਦੀ ਸਾਂਭ ਸੰਭਾਲ ਕਰੋ, ਆਪਦੀ ਸੱਸ ਦੇ ਨਾਲ ਟਿਊਨਿੰਗ ਬਣਾ ਕੇ ਰੱਖੋ, ਕਿਉਂਕਿ ਸੱਸਾਂ ਨਾਲ ਟਿਊਨਿੰਗ ਨਹੀਂ ਬਣਦੀ ਤੁਸੀਂ ਘਰ ਵਾਲੀ ਨੂੰ ਕੰਪਲੇਂਟ ਕਰਦੇ ਹੋ, ਇੱਧਰੋਂ ਮਾਂ ਕੰਪਲੇਂਟ ਕਰਦੀ ਮੁੰਡੇ ਨੂੰ, ਮੁੰਡੇ ਵਿਚਾਲੇ ਵਿਚਾਰੇ ਫਸ ਜਾਂਦੇ ਨੇ। ਤੇ ਅੱਧ ਤੋਂ ਜ਼ਿਆਦਾ ਡਿਵੋਰਸ ਤਾਂ ਇਸ ਗੱਲ ਤੇ ਲੱਗਦੇ ਹੈਗੇ ਨੇ, ਕਿਉਂਕਿ ਸੱਸ ਕਹਿ ਦਿੰਦੀ ਹੈ। ਔਰ ਸੱਸਾਂ ਨੂੰ ਵੀ ਬੇਨਤੀ ਹੈਗੀ ਹੈ ਕਿ ਆਪਦੀਆਂ ਨੂੰਹਾਂ ਨੂੰ ਥੋੜ੍ਹਾ ਜਿਹਾ ਪਿਆਰ ਨਾਲ ਰੱਖ ਲਿਆ ਕਰੋ। ਤੁਸੀਂ ਚਾਹੁੰਦੀਆਂ ਹੈਗੀਆਂ ਸਾਰੀਆਂ ਸੱਸਾਂ ਦੇ ਕਿਸੇ ਦੇ ਧੀਆਂ ਹੁੰਦੀਆਂ ਹੈਗੀਆਂ ਹੈ ਨਾ, ਜਿਵੇਂ ਕਿ ਹੁਣ ਆਪਣੇ ਅੱਗੇ ਸੱਸਾਂ ਦੇ ਬੇਟੀਆਂ ਹੁੰਦੀਆਂ ਹੈਗੀਆਂ, ਤੁਸੀਂ ਚਾਹੁੰਦੀ ਹੋ ਕਿ ਤੁਹਾਡੀਆਂ ਬੇਟੀਆਂ ਨੂੰ ਸੁੱਖ ਮਿਲੇ, ਤਾਂ ਤੁਸੀਂ ਆਪਦੀਆਂ ਪਹਿਲਾਂ ਜਿਹੜੀਆਂ ਆਈਆਂ ਦੂਜੇ ਘਰ 'ਚੋਂ ਚੱਲ ਕੇ ਦੇਵੀਆਂ, ਪਹਿਲਾਂ ਇਹਨਾਂ ਨੂੰ ਪੂਜ ਲਓ ਨਾ। ਜੇ ਤੁਸੀਂ ਦੂਜੇ ਘਰ 'ਚੋਂ ਤੁਹਾਡੇ ਘਰੇ ਜਿਹੜੀ ਆਈ ਦੇਵੀ ਹੈ, ਤੁਹਾਡੀ ਨੂੰਹ ਹੈ, ਇਹਨੂੰ ਪੂਜੋਗੇ, ਤੁਹਾਡੀ ਜਿਹੜੀ ਜੰਮੀ ਜਾਈ ਹੈਗੀ ਅਗਲੇ ਘਰੇ ਗਈ ਹੈਗੀ ਉਹਨੂੰ ਅਗਲਿਆਂ ਨੇ ਪੂਜ ਦੇਣਾ ਵਾ। ਤੁਸੀਂ ਇੱਧਰੋਂ ਅਗਲਿਆਂ ਦੀ ਨੂੰ ਲੱਤਾਂ ਮਾਰਦੇ ਹੋ, ਤੁਹਾਡੇ ਵਾਲੀ ਨੂੰ ਉਦੋਂ ਪਹਿਲਾਂ ਵੱਜ ਜਾਂਦੀ ਹੈ। ਤਾਂ ਇਹਨੂੰ ਕਹਿੰਦੇ ਹੁੰਦੇ ਨੇ ਕਰਮਾ, ਔਰ ਪਰਮਾਤਮਾ ਦੀ ਨਜ਼ਰ 'ਚ ਜਿਵੇਂ ਤੁਸੀਂ ਕਰੋਗੇ ਉਵੇਂ ਦਾ ਤੁਸੀਂ ਭਰੋਗੇ। ਸੋ ਇਸ ਕਰਕੇ ਮੇਰਾ ਇਹੀ ਹੈਗਾ ਕਿ ਸੱਸ ਨੂੰ ਉਹਦੇ ਇਹ ਝਗੜੇ ਨੂੰ ਘਟਾਓ, ਸੋਚੋ ਸਮਝੋ। ਜਦੋਂ ਸਾਡੀਆਂ ਮਾਵਾਂ ਸਾਡੇ ਨਾਲ ਲੜਦੀਆਂ ਆਪਾਂ ਘਰ ਛੱਡ ਕੇ ਭੱਜ ਜਾਂਦੇ, ਕਿਤੇ ਨਹੀਂ ਜਾਂਦੇ ਹੈਗੇ, ਕਿਉਂਕਿ ਉਹ ਸਾਡੀ ਮਾਂ ਹੁੰਦੀ ਹੈ। ਸੱਸ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਇਹ ਤਾਂ ਦੂਜੀ ਹੈ, ਇਹ ਨਹੀਂ ਮੈਨੂੰ ਝਿੜਕਤਾ, ਮੈਂ ਨਹੀਂ ਗਾ ਇਹ ਉਹ। ਅੱਧ ਤੋਂ ਜ਼ਿਆਦਾ 70 ਤੋਂ 80% ਲੜਾਈਆਂ ਸੱਸ ਨੂੰ ਦੇ ਪੰਗੇ ਕਰਕੇ ਇੰਡੀਆ ਦੇ ਵਿੱਚ ਡਿਸਟਰਬੈਂਸ ਹੈਗੀ ਹੈ ਹਰ ਘਰ ਦੇ ਵਿੱਚ। ਸੋ ਇਸ ਚੀਜ਼ ਦੇ ਉੱਤੇ ਫੋਕਸ ਕਰੋ, ਆਪਦਾ ਧਿਆਨ ਰੱਖੋ, ਘਰ ਦੇ ਵਿੱਚ ਰਹੋ, ਔਰ ਲੋਕਡਾਊਨ ਦੇ ਵਿੱਚ ਜੋ ਗਾਈਡਲਾਈਨਸ ਨੇ ਉਹਨਾਂ ਦੀ ਪਾਲਣਾ ਕਰੋ। ਔਰ ਜੇ ਮੈਂ ਇਸ ਸਾਰੇ ਜੋ ਮੈਂ ਬੋਲੀ ਹੈਗੀ ਵੀਡੀਓ ਦੇ ਵਿੱਚ ਕੋਈ ਮੈਂ ਗਲਤ ਬੋਲਦਾ, ਕਿਸੇ ਨੂੰ ਹਰਟ ਹੋਇਆ ਹੋਵੇ, ਤਾਂ ਉਹਦੇ ਲਈ ਮੈਂ ਮਾਫੀ ਮੰਗਦੀ ਹੈਗੀ ਹਾਂ। ਤਾਂ ਸੋਚਣਾ ਇਸ ਚੀਜ਼ ਬਾਰੇ, ਇਹ ਬਹੁਤ ਇੰਪੋਰਟੈਂਟ ਮੁੱਦੇ ਹੈਗੇ ਨੇ, ਬਹੁਤ ਛੋਟੀਆਂ ਛੋਟੀਆਂ ਗੱਲਾਂ ਤਾਂ ਬਹੁਤ ਜ਼ਰੂਰੀ ਹੈਗੀਆਂ, ਤਾਂ ਸਾਨੂੰ ਸਾਰਿਆਂ ਨੂੰ ਇਹਨਾਂ 'ਤੇ ਧਿਆਨ ਦੇਣਾ ਚਾਹੀਦਾ। ਅਤੇ ਆਪਦੀਆਂ ਜੇ ਤੁਸੀਂ ਚਾਹੁੰਦੇ ਹੋ ਸੱਸ ਬਣ ਕੇ ਤੁਹਾਨੂੰ ਸੁੱਖ ਮਿਲੇ, ਤਾਂ ਪਹਿਲਾਂ ਆਪਣੀ ਸਾਸੂ ਮਾਂ ਜੀ ਨੂੰ ਸੁੱਖ ਦੇ ਦਿਓ, ਤੁਸੀਂ ਆਪਣੇ ਆਪ ਸੁੱਖ ਮਿਲ ਜਾਊਗਾ ਤੁਹਾਨੂੰ, ਠੀਕ ਹੈ। ਅਤੇ ਜੇ ਤੁਸੀਂ ਆਪਦੀ ਸੱਸ ਨੂੰ ਲੱਤ ਮਾਰ ਕੇ ਬਾਹਰ ਕੱਢ ਰਹੇ ਹੋ, ਉਹਨੂੰ ਖਾਣਾ ਨਹੀਂ ਦੇ ਰਹੇ ਅੱਛੇ ਤਰੀਕੇ ਨਾਲ, ਉਹਨਾਂ ਦੇ ਕੱਪੜੇ ਨਹੀਂ ਵਾਸ਼ ਕਰ ਦੇਵੇ, ਆਹ ਵੀ ਗੱਲਾਂ ਹੁੰਦੀਆਂ ਵੀ ਨੂੰਹਾਂ ਆਪਦੀਆਂ ਸੱਸਾਂ ਦੇ ਕੱਪੜੇ ਨਹੀਂ ਧੋਂਦੀਆਂ ਹੈਗੀਆਂ। ਤਾਂ ਜੇ ਤੁਸੀਂ ਆਪਦੀ ਸੱਸ ਦੇ ਨਾਲ ਵਧੀਆ ਤਰੀਕੇ ਨਾਲ ਨਹੀਂ ਬਿਹੇਵ ਕਰਦੇ, ਨਾ ਤਾਂ ਤੁਹਾਨੂੰ ਆਪ ਨੂੰ ਸੁੱਖ ਮਿਲਣਾ, ਪਲੱਸ ਤੁਹਾਡੀ ਮਾਤਾ ਜੀ ਨੂੰ ਵੀ ਨਹੀਂ ਸੁੱਖ ਮਿਲਣਾ ਹੈਗਾ। ਸੋ ਇਹਨੂੰ ਕਹਿੰਦੇ ਹੁੰਦੇ ਨੇ ਕਰਮਾ। ਮੈਂ ਦੁਬਾਰਾ ਰਿਪੀਟ ਕਰਦੀ ਸਾਰੀ ਗੱਲ। ਸੋ ਇਸ ਚੀਜ਼ ਬਾਰੇ ਸੋਚੋ ਅਤੇ ਸਮਝੋ। ਆਈ ਹੋਪ ਕਿ ਮੇਰੀਆਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਕਿਤੇ ਨਾ ਕਿਤੇ ਪ੍ਰਭਾਵ ਪਊਗਾ। ਸੋ ਆਪਦੇ ਘਰ ਪਰਿਵਾਰ ਨੂੰ ਜੋੜ ਕੇ ਰੱਖੋ। ਜ਼ਿੰਦਗੀ ਬਹੁਤ ਛੋਟੀ ਜਿਹੀ ਹੁੰਦੀ ਹੈਗੀ ਆ, ਤੈਨੂੰ ਪਿਆਰ ਨਾਲ ਹੱਸ ਕੇ ਆਪਾਂ ਜੇ ਜੀ ਲਈਏ ਤਾਂ ਬਹੁਤ ਵਧੀਆ ਹੈਗੀ। ਇੰਨੀ ਮਰ ਤਾਂ ਆਪਾਂ ਸਾਰਿਆਂ ਨੇ ਜਾਣਾ ਹੈ ਨਾ, ਚਾਹੇ ਅੱਜ ਮਰ ਜਾਈਏ ਚਾਹੇ ਕੱਲ੍ਹ, ਆਪਾਂ ਖੁਸ਼ ਹੋ ਕੇ ਇਹ ਜ਼ਿੰਦਗੀ ਨੂੰ ਜੀ ਲਈਏ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ ਹੈਗੀ। ਸੋ ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।